सो प्लस टू क्लास आफ्टर पोलीप्लाइडी नैक्सट टॉपिक इज़ डाउन्स सिंड्रोम। ठीक। सो इस डिसऑर्डर ਦੇ ਵਿੱਚ ਕੀ ਹੈ, ਦੇਖੋ ਇਹਦੇ ਵਿੱਚ ਬੱਚੇ ਦੀ ਸ਼ਕਲ ਤੁਸੀਂ ਦੇਖੋ, ਤੁਹਾਨੂੰ ਕਾਫੀ ਸਾਰਾ ਅੰਦਾਜ਼ਾ ਜਿਹੜਾ ਹੈਗਾ ਸਿੰਪਟਮਸ ਦਾ ਸ਼ਕਲ ਤੋਂ ਹੀ ਲੱਗ ਜਾਣਾ ਹੈਗਾ। ਇਹਨੂੰ ਮੰਗੋਲੀਅਨ, ਠੀਕ ਆ, ਆਇਓਡੇਸੀ ਵੀ ਕਹਿੰਦੇ ਆ, ਮੋਨਗੋਲਿਜ਼ਮ। ਮੰਗੋਲੀਅਨ ਪੀਪਲ ਜਿਹੜੇ ਹੁੰਦੇ ਨਾ, ਉਹਨਾਂ ਦੀ ਸ਼ਕਲ ਜਿਹੜੀ ਇਸ ਤਰੀਕੇ ਦੇ ਨਾਲ ਹੁੰਦੀ ਹੈ। ਸਭ ਤੋਂ ਪਹਿਲਾਂ ਇਹ ਰਿਪੋਰਟ ਕੀਤਾ ਗਿਆ ਸੀ ਡਿਸਆਰਡਰ 1866 ਦੇ ਵਿੱਚ, ਹੈ ਨਾ, ਲੈਂਗਡੌਨ ਟਾਊਨ ਦੇ ਦੁਆਰਾ। ਬਾਅਦ ਵਿੱਚ, ਠੀਕ ਹੈ, ਇਹਦੇ ਉੱਤੇ ਫਰਦਰ ਸਟੱਡੀ ਕੀਤੀ ਗਈ 1959 ਦੇ ਵਿੱਚ। ਪ੍ਰੋਪਰ ਇਹਦੀ ਫਾਈਂਡ ਕੀਤਾ ਗਿਆ ਇਹਨੂੰ ਨੈਜ਼ੂਨੀ ਅਤੇ ਉਹਦੇ ਸਾਥੀਆਂ ਦੇ ਦੁਆਰਾ, ਹੈ ਨਾ। ਉਹਦੇ ਸਿੰਪਟਮਸ ਦੇ ਵਿੱਚ ਕੀ ਹੈ, ਕਾਰਨ ਮੈਂ ਬਾਅਦ ਵਿੱਚ ਦੱਸਦੀ ਹਾਂ। ਇਹਦੇ 'ਚ ਜਿਹੜਾ ਬੱਚਾ ਹੈ ਨਾ, ਉਹਦਾ ਫੇਸ ਜਿਹੜਾ ਪੂਰੇ ਤਰੀਕੇ ਦੇ ਨਾਲ ਰਾਊਂਡ ਹੋ ਜਾਂਦਾ ਹੈ, ਉਹਦਾ ਫੋਰਹੈਡ ਬਹੁਤ ਜ਼ਿਆਦਾ ਚੌੜਾ ਹੋ ਜਾਂਦਾ ਹੈ, ਆਈਲਿਡਸ ਜਿਹੜੀਆਂ ਹੈਗੀਆਂ ਉੱਪਰ ਨੂੰ ਫੋਲਡ ਹੁੰਦੀਆਂ, ਨੱਕ ਦੇ ਜਿਹੜੇ ਕਿਨਾਰੇ ਹੁੰਦੇ ਆ ਬਹੁਤ ਜ਼ਿਆਦਾ ਫਲੈਟ ਹੁੰਦੇ ਆ, ਠੀਕ ਹੈ, ਮੋਟੇ ਮੋਟੇ ਫਲੈਟ ਹੁੰਦੇ ਆ। ਮੂੰਹ ਜਿਹੜਾ ਹੈਗਾ ਬੱਚੇ ਦਾ ਪਰਮਾਨੈਂਟਲੀ ਓਪਨ ਰਹਿੰਦਾ, ਕਿਉਂਕਿ ਥੱਲੇ ਵਾਲਾ ਜਿਹੜਾ ਲਿਪ ਹੈ ਨਾ ਬੱਚੇ ਦਾ, ਉਹ ਥੱਲੇ ਨੂੰ ਲਟਕਿਆ ਹੁੰਦਾ, ਪ੍ਰੋਜੈਕਟਿੰਗ ਹੁੰਦਾ। ਜੀਭ ਜਿਹੜੀ ਹੈ ਥੋੜੀ ਜਿਹੀ ਬਾਹਰ ਨਿਕਲੀ ਹੁੰਦੀ ਹੈ, ਗਰਦਨ ਬੜੀ ਛੋਟੀ ਹੁੰਦੀ ਹੈ, ਹੱਥ ਬੱਚੇ ਦੇ ਬਿਲਕੁਲ ਫਲੈਟ ਹੁੰਦੇ ਆ, ਫਿੰਗਰਸ ਬਹੁਤ ਛੋਟੀਆਂ ਛੋਟੀਆਂ ਮੋਟੀਆਂ ਮੋਟੀਆਂ ਫਿੰਗਰਸ ਹੁੰਦੀਆਂ। ਬੱਚੇ ਦੀ ਇੰਨੀ ਜ਼ਿਆਦਾ ਇੰਟੈਲੀਜੈਂਸ ਵੀ ਨਹੀਂ ਹੁੰਦੀ, ਹੈ ਨਾ, ਨੋਰਮਲ ਨਹੀਂ ਹੁੰਦਾ ਬੱਚਾ ਜਿਹੜਾ ਹੈਗਾ, ਕਿਉਂਕਿ ਬ੍ਰੇਨ ਦੇ ਵਿੱਚ ਵੀ ਮਾਲ ਫਾਰਮੇਸ਼ਨ ਹੈਗੀ ਹੈ, ਸਹੀ ਤਰੀਕੇ ਨਾਲ ਡਿਵੈਲਪਮੈਂਟ ਨਹੀਂ ਹੋਈ ਪਈ ਹੈ ਬ੍ਰੇਨ ਦੀ। ਹਾਰਟ, ਅਦਰ ਔਰਗਨਸ ਜਿਹੜੇ ਹੈਗੇ ਆ, ਉਹਨਾਂ ਦੇ ਵਿੱਚ ਵੀ ਪ੍ਰੋਬਲਮਸ ਹੁੰਦੀਆਂ ਨੇ, ਉਹਨਾਂ ਦੀ ਫੋਰਮ ਵੀ ਸਹੀ ਨਹੀਂ ਹੈ, ਗੋਨੈਡਸ ਵਗੈਰਾ ਅੰਡਰ ਡਿਵੈਲਪਡ ਹੁੰਦੇ ਆ ਇੱਦਾਂ ਦੇ ਬੱਚਿਆਂ ਦੇ, ਹੈ ਨਾ, ਠੀਕ ਹੈ। ਸੋ ਵਿਕਟਮ ਜਿਹੜਾ ਹੈਗਾ, ਜਿਹਨੂੰ ਵੀ ਇਹ ਡਿਜ਼ੀਜ਼ ਹੈਗੀ, ਜਿਸ ਬੱਚੇ ਨੂੰ ਮੈਚੋਰਿਟੀ ਤੱਕ ਜੀਂਦਾ ਤੇ ਰਹਿੰਦਾ ਹੈ ਨਾ, ਠੀਕ ਹੈ, ਪਰ ਜਿਹੜੇ ਮੈਚੋਰਿਟੀ ਤੱਕ ਜੀਂਦਾ ਰਹਿੰਦੇ ਆ, ਠੀਕ ਹੈ, ਸੋ ਉਹ ਨੋਰਮਲ ਬੱਚੇ ਵੀ ਪੈਦਾ ਕਰ ਸਕਦੇ ਆ, ਇਹ ਨਹੀਂ ਹੈ। ਮੰਗੋਲੀਅਨ ਬੱਚੇ ਵੀ ਪੈਦਾ ਕਰ ਸਕਦੇ, ਡਿਫੈਕਟਡ ਬੱਚੇ ਵੀ ਉਹਨਾਂ ਦੇ ਘਰ 'ਚ ਪੈਦਾ ਹੋ ਸਕਦੇ ਆ, ਅਤੇ ਨੋਰਮਲ ਵੀ ਉੱਦਾਂ ਪੈਦਾ ਹੋ ਸਕਦੇ ਆ। ਕਾਰਨ ਕੀ ਹੈ ਬੱਚੇ, ਇਹਦਾ ਕਾਰਨ ਹੈ ਕਿ ਤੁਹਾਨੂੰ ਪਤਾ ਕਿ ਸਾਡੇ ਅੰਦਰ 23 ਕ੍ਰੋਮੋਜ਼ੋਮਸ ਦੇ ਪੇਅਰਸ ਹੈਗੇ ਆ, ਹੈ ਨਾ। ਕ੍ਰੋਮੋਜ਼ੋਮ ਨੰਬਰ 1 2 3 4 5 ਇਸੇ ਤਰੀਕੇ ਦੇ ਨਾਲ ਜਿਹੜਾ ਸਾਡੇ ਅੰਦਰ ਕ੍ਰੋਮੋਜ਼ੋਮ ਨੰਬਰ 20 ਹੈ ਨਾ, ਠੀਕ ਹੈ, ਸੋ ਕੀ ਹੈ, 2 ਵਾਰੀ ਆ ਜਾਂਦਾ ਹੈ, ਰਿਪੀਟ ਹੋ ਜਾਂਦਾ ਕ੍ਰੋਮੋਜ਼ੋਮ ਨੰਬਰ 21 ਜਿਹੜਾ ਹੈਗਾ, ਠੀਕ। ਸੋ ਇਹਦੇ ਵਿੱਚ ਕੀ ਹੈ ਕਿ ਇੰਡੀਵਿਜੂਅਲ ਜਿਹੜਾ ਹੈਗਾ, ਉਹਦੇ ਕੋਲ ਫਿਰ ਉਹਦੇ ਐਗ ਦੇ ਵਿੱਚ 23 ਕ੍ਰੋਮੋਜ਼ੋਮਸ ਦੀ ਬਜਾਏ 24 ਕ੍ਰੋਮੋਜ਼ੋਮਸ ਆ ਜਾਂਦੇ, ਕਿਉਂਕਿ ਇੱਕ ਕ੍ਰੋਮੋਜ਼ੋਮ ਦਾ ਨੰਬਰ ਵੱਧ ਗਿਆ। ਅਸੀਂ ਅੱਗੇ ਇੱਥੇ ਲਿਖਦੇ ਹੁੰਦੇ ਆ ਨਾ 44 ਪਲੱਸ XY ਜਾਂ 44 ਪਲੱਸ XX, ਤੋਂ ਇੰਡੀਵਿਜੂਅਲ ਦੇ ਅੰਦਰ ਕੀ ਹੈਗਾ, ਇੱਥੇ 44 ਦੀ ਜਗ੍ਹਾ 'ਤੇ ਉੱਤੇ 45 ਆਟੋਸੋਮਸ ਆ ਜਾਣੇ ਆ, ਇੱਕ ਕ੍ਰੋਮੋਜ਼ੋਮ ਕਿਉਂਕਿ ਡਬਲ ਹੋ ਗਿਆ, ਹੈ ਨਾ, ਠੀਕ ਹੈ। ਸੋ 21 ਦੇ ਪੇਅਰ ਤਾਂ ਤੁਹਾਨੂੰ ਪਤਾ ਹਰ ਕ੍ਰੋਮੋਜ਼ੋਮ ਦੇ ਤਾਂ ਪੇਅਰ ਤਾਂ ਹੈਗੇ ਹੀ ਹੈ ਨਾ, ਠੀਕ ਹੈ। ਸੋ ਪਰ ਕੀ ਹੈ ਕਿ 3 ਹੋ ਗਏ, 21 ਕ੍ਰੋਮੋਜ਼ੋਮਸ ਕਿੰਨੇ ਆ ਗਏ ਇੰਡੀਵਿਜੂਅਲ ਦੇ ਅੰਦਰ, 3 ਆ ਗਏ, ਠੀਕ ਹੈ ਨਾ। ਤਾਂ ਓਵਰਆਲ ਜੇਕਰ ਅਸੀਂ ਦੇਖੀਏ, ਹੈ ਨਾ, ਇਹ ਤਾਂ ਚਲੋ ਇਹਨੇ ਖੋਲ ਕੇ ਲਿਖ ਦਿੱਤਾ ਨਾ, ਆਟੋਸੋਮਸ ਅਤੇ ਸੈਕਸ ਕ੍ਰੋਮੋਜ਼ੋਮਸ, ਅਤੇ ਉਹ ਤੁਹਾਨੂੰ ਪਤਾ ਕਿ ਨੋਰਮਲ ਹਿਊਮਨ ਬੀਇੰਗ ਦਾ ਕ੍ਰੋਮੋਜ਼ੋਮ ਨੰਬਰ ਕਿੰਨਾ ਹੈਗਾ, 46 ਨਾ। ਪਰ ਜਿਹਨੂੰ ਡਾਊਨ ਸਿੰਡਰੋਮ ਹੋਏਗੀ, ਉਸ ਇੰਡੀਵਿਜੂਅਲ ਦਾ ਕ੍ਰੋਮੋਜ਼ੋਮ ਨੰਬਰ ਕਿੰਨਾ ਹੋ ਜਾਏਗਾ, 47। ਟਰਾਈਸੋਮੀ ਹੋ ਗਈ ਹੈ ਕ੍ਰੋਮੋਜ਼ੋਮ ਨੰਬਰ 1 ਦੀ, ਠੀਕ ਹੈ ਜੀ। ਕ੍ਰੋਮੋਜ਼ੋਮ ਨੰਬਰ 1 ਜਿਹੜਾ, ਉਹਦੀ ਟਰਾਈਸੋਮੀ ਹੋ ਗਈ ਹੈ ਨਾ, ਠੀਕ ਹੈ। ਸੋ ਇਹ ਇੱਥੇ ਤੁਹਾਨੂੰ ਦੇਖੋ ਡਾਇਗਰਾਮ ਵੀ ਦਿਖਾਈ ਪਈ ਹੈ, ਮਿਓਸਿਸ 1 ਹੋਈ ਹੈ, ਦੋਨੋਂ 21 ਕ੍ਰੋਮੋਜ਼ੋਮ ਜਿਹੜੇ ਆ ਸਹੀ ਤਰੀਕੇ ਦੇ ਨਾਲ ਸੈਪਰੇਟ ਨਹੀਂ ਹੋ ਪਾਏ ਹੈ, ਇੱਕ ਗਮੀਟ ਦੇ ਅੰਦਰ ਹੀ ਚਲੇ ਗਏ ਆ, ਠੀਕ ਹੈ ਨਾ। ਅਤੇ ਇੱਧਰ ਵਾਲੇ ਪਾਸੇ ਨੂੰ ਜਦੋਂ ਐਗ ਬਣਿਆ, ਜਾਂ ਇੱਧਰ ਫਸਟ ਪੋਲਰ ਬੋਡੀ ਬਣ ਗਈ ਹੈ ਨਾ, ਉਹਦੇ ਅੰਦਰ ਤੁਹਾਨੂੰ ਪਤਾ ਓਵੋਜੈਨੇਸਿਸ ਜਦੋਂ ਹੁੰਦੀ ਹੈ, ਪੋਲਰ ਬੋਡੀਜ਼ ਵੀ ਬਣਦੀਆਂ, ਪਰ ਇਹਦੇ ਅੰਦਰ ਕੋਈ ਵੀ 21 ਕ੍ਰੋਮੋਜ਼ੋਮ ਨਹੀਂ ਚਲਾ ਗਿਆ, ਸੇਮ ਸੈੱਲ 'ਚ ਹੀ ਚਲਾ ਗਿਆ 21 ਕ੍ਰੋਮੋਜ਼ੋਮ ਨੰਬਰ, ਹੈ ਨਾ, ਠੀਕ। ਇਸੇ ਤਰੀਕੇ ਦੇ ਨਾਲ ਇਹ ਐਗ ਜਿਹੜਾ ਹੈਗਾ ਉਹਦੇ ਕੋਲ, ਠੀਕ ਹੈ। ਸੋ ਫਿਰ ਹੁਣ ਕੀ ਹੋਇਆ, ਪੋਲਰ ਬੋਡੀ 'ਚ ਤਾਂ ਕੋਈ ਕ੍ਰੋਮੋਜ਼ੋਮ ਨਹੀਂ ਗਿਆ, 21 ਕ੍ਰੋਮੋਜ਼ੋਮ ਨੰਬਰ ਜਿਹੜੇ ਆ ਇੱਕ ਹੀ ਗੈਮੀਟਸ ਦੇ ਵਿੱਚ ਚਲੇ ਗਏ ਆ, ਹੈ ਨਾ। ਹੁਣ ਇਹ ਤਾਂ ਦੇਖੋ, ਹੋਣਾ ਤਾਂ ਕੀ ਚਾਹੀਦਾ ਸੀ, ਤੁਹਾਨੂੰ ਪਤਾ ਕਿ ਨੋਰਮਲ ਜੇਕਰ ਐਗ ਪ੍ਰੋਡਿਊਸ ਹੁੰਦਾ ਤਾਂ ਇੱਕ ਕ੍ਰੋਮੇਟਿਡ ਜਾਣੀ ਸੀ ਨਾ ਕ੍ਰੋਮੋਜ਼ੋਮਸ ਦੀ, ਇਹਨਾਂ ਐਗਸ ਦੇ ਵਿੱਚ ਕੀ ਹੈਗੇ ਆ, ਠੀਕ ਹੈ। ਸੋ 2 ਕ੍ਰੋਮੋਜ਼ੋਮ ਚਲੇ ਗਏ, ਇਹ 21 ਇਹਦੇ ਅੰਦਰ, ਠੀਕ ਹੈ। ਸੈਕੰਡ ਪੋਲਰ ਬੋਡੀ ਜਿਹੜੀ ਹੈਗੀ ਆ, ਉਹਦੇ ਅੰਦਰ ਵੀ 2 ਹੁਣ 21 ਕ੍ਰੋਮੋਜ਼ੋਮ ਚਲੇ ਗਏ। ਅਸੀਂ ਤਾਂ ਹੁਣ ਇਸ ਐਗ ਨੂੰ ਲੈ ਕੇ ਚੱਲਣਾ ਨਾ, ਜਿਹਦੇ 'ਚ 2 21 ਕ੍ਰੋਮੋਜ਼ੋਮ ਹੈ, ਅਤੇ ਇੱਕ 21 ਕ੍ਰੋਮੋਜ਼ੋਮ ਨੰਬਰ ਬੱਚੇ ਸਪਰਮ ਵੱਲੋਂ ਆ ਗਿਆ, ਅਤੇ ਇੰਡੀਵਿਜੂਅਲ ਦੇ ਵਿੱਚ, ਜਾਈਗੋਟ ਦੇ ਵਿੱਚ ਕਿੰਨੇ ਕ੍ਰੋਮੋਜ਼ੋਮਸ ਹੋ ਗਏ, 21, 3 ਕ੍ਰੋਮੋਜ਼ੋਮਸ ਹੋ ਗਏ, ਠੀਕ ਹੈ ਨਾ। ਸੋ ਇਸ ਕਰਕੇ ਬੱਚੇ ਦੇ ਅੰਦਰ ਕੀ ਆ ਜਾਏਗਾ, ਇੱਦਾਂ ਦੇ ਬੱਚੇ ਦੇ ਅੰਦਰ ਡਾਊਨ ਸਿੰਡਰੋਮ ਡਿਸਆਰਡਰ ਆ ਜਾਏਗਾ। ਇਹ ਜੇਕਰ ਅਸੀਂ ਦੇਖੀਏ ਇਹਦੀ ਫੈਮੀਲੀਅਲ ਡਾਊਨਸ ਸਿੰਡਰੋਮ ਵੀ ਫੈਮਿਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਨ ਕਰ ਰਿਹਾ ਸੀ, ਤਾਂ ਇਹਦੇ ਵਿੱਚ ਐਕਚੁਅਲੀ ਕੀ ਹੈ, ਥੋੜੀ ਜਿਹੀ ਚੇਂਜ ਹੈ ਫੈਮਿਲੀ 'ਚ, ਕਿਸ ਤਰੀਕੇ ਨਾਲ ਕਈ ਵਾਰੀ ਰਨ ਕਰਦਾ ਕਿ 21 ਕ੍ਰੋਮੋਜ਼ੋਮ ਨੰਬਰ ਜਿਹੜਾ ਨਾ, ਉਹਦਾ ਕਈ ਵਾਰੀ ਬਹੁਤ ਵੱਡਾ ਟੁਕੜਾ, ਹੈ ਨਾ, ਠੀਕ ਹੈ, ਉਹ ਕਿੱਥੇ ਸ਼ਿਫਟ ਹੋ ਜਾਂਦਾ 14 ਕ੍ਰੋਮੋਜ਼ੋਮਸ ਦੇ ਉੱਤੇ। ਦੇਖੋ 21 ਕ੍ਰੋਮੋਜ਼ੋਮ ਦਾ ਟੁਕੜਾ ਟੁੱਟ ਕੇ, ਜਾਂ ਪੂਰੇ ਦਾ ਪੂਰਾ 21 ਕ੍ਰੋਮੋਜ਼ੋਮ ਨੰਬਰ ਜਿਹੜਾ ਹੈਗਾ, ਉਹ ਕਿੱਥੇ ਚਲਾ ਜਾਂਦਾ, 14 ਨੰਬਰ ਕ੍ਰੋਮੋਜ਼ੋਮ ਦੇ ਕੋਲ ਚਲਾ ਜਾਂਦਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਵੀ ਕ੍ਰੋਮੋਜ਼ੋਮ ਨੰਬਰ ਤਾਂ ਨੋਰਮਲੀ 46 ਰਹੇਗਾ, ਹੈ ਨਾ, ਉਹਦੇ 'ਚ ਕੋਈ ਚੇਂਜ ਨਹੀਂ ਆਣੀ ਹੈ, ਕਿਉਂਕਿ 14 ਦੀ
ਉੱਪਰ ਚਲਾ ਗਿਆ ਹੈਗਾ ਉਹਦਾ ਪੀਸ ਜਿਹੜਾ ਹੈਗਾ ਨਾ, ਠੀਕ ਹੈ। ਪਰ ਐਕਸਟਰਾ ਕ੍ਰੋਮੋਸੋਮ ਜਿਹੜਾ ਹੈਗਾ 21 ਮਟੀਰੀਅਲ ਜਿਹੜਾ ਥੋੜ੍ਹਾ ਜਿਹਾ ਐਕਸਟਰਾ ਹੋ ਜਾਏਗਾ ਕ੍ਰੋਮੋਸੋਮ ਨੰਬਰ 21 ਦਾ। ਪਰ ਇੱਦਾਂ ਦਾ ਡਾਊਨ ਸਿੰਡਰੋਮ ਬਹੁਤ ਰੇਅਰ ਹੈ। ਉਹ ਵਾਲਾ ਡਾਊਨ ਸਿੰਡਰੋਮ ਜਿਹੜਾ ਹੈਗਾ ਉਹ ਫਿਰ ਵੀ ਹੋ ਸਕਦਾ ਜਨਰੇਸ਼ਨਸ ਦੇ ਵਿੱਚ, ਠੀਕ ਹੈ। ਅੱਗੇ ਤੁਹਾਡੇ ਕੋਲ ਆ ਗਿਆ ਕਲਿਨਫਿਲਟਰ ਸਿੰਡਰੋਮ, ਹੈ ਨਾ। ਕਲਿਨਫਿਲਟਰ ਸਿੰਡਰੋਮ ਅਤੇ ਟਰਨਰਜ਼ ਸਿੰਡਰੋਮ। ਹੁਣ ਦੇਖੋ ਨਾਮ ਤੋਂ ਨਹੀਂ ਪਤਾ ਲੱਗਦਾ ਪਿਆ ਵੀ ਇਹ ਡਿਸਆਰਡਰ ਮੇਲ ਦੇ ਵਿੱਚ ਹੁੰਦਾ ਹੈ, ਜਿਹੜਾ ਅਗਲਾ ਟਰਨਰਜ਼ ਸਿੰਡਰੋਮ ਹੈ ਉਹ ਫੀਮੇਲ ਦੇ ਵਿੱਚ ਹੁੰਦਾ। ਪਰ ਦੇਖੋ ਹੁਣ ਇਹ ਤਾਂ ਯਾਦ ਰੱਖਣ ਦਾ ਤਰੀਕਾ ਮੈਂ ਤਾਂ ਇਸ ਤਰੀਕੇ ਦੇ ਨਾਲ ਰੱਖਿਆ ਹੋਇਆ, ਠੀਕ ਹੈ, ਵੀ ਮੇਲ ਦੇ ਵਿੱਚ ਵੀ ਜਿੱਦਾਂ ਕਲੰਕ ਲੱਗ ਗਿਆ ਹੈ ਨਾ, ਇਹ ਡਿਸਆਰਡਰ ਹੋਣ ਦੇ ਕਰਕੇ ਦੇਖੋ ਇੱਕ ਤਰੀਕਾ ਹੈ, ਠੀਕ ਹੈ। ਸੋ ਕਲਿਨਫਿਲਟਰ ਇਹ ਮੇਲਸ ਦੇ ਵਿੱਚ ਡਿਸਆਰਡਰ ਹੈ। ਇਹਦੇ ਵਿੱਚ ਵੀ ਕ੍ਰੋਮੋਸੋਮਸ ਦੀ ਟਰਾਈਸੋਮੀ ਹੁੰਦੀ ਹੈ। ਮੇਲ ਦੇ ਅੰਦਰ 46 ਕ੍ਰੋਮੋਸੋਮ ਦੀ ਬਜਾਏ 47 ਕ੍ਰੋਮੋਸੋਮ ਆ ਜਾਂਦਾ ਹੈ, ਠੀਕ ਹੈ ਨਾ। ਉੱਦਾਂ ਤਾਂ 46 ਕ੍ਰੋਮੋਸੋਮ ਹੋਣੇ ਚਾਹੀਦੇ ਆ, ਪਰ ਮੇਲ ਦੇ ਅੰਦਰ 47 ਕ੍ਰੋਮੋਸੋਮਸ ਆ ਜਾਂਦੇ। ਕਿਸ ਤਰੀਕੇ ਦੇ ਨਾਲ? ਇੱਦਾਂ ਦੇ ਪਰਸਨ ਜਿਹੜੇ ਹੋਣਗੇ ਜਿਨ੍ਹਾਂ ਨੂੰ ਇਹ ਡਿਸਆਰਡਰ ਹੋਏਗਾ, ਉਹਨਾਂ ਦਾ ਜੀਨੋਟਾਈਪ ਹੋ ਜਾਏਗਾ XXY, ਹੈ ਨਾ। ਤਾਂ ਬੱਚੇ ਮੈਂ ਤੁਹਾਡੇ ਲਈ ਨਿਕਾਲ ਕੇ ਰੱਖਿਆ ਹੈਗਾ, ਮੈਂ ਤੁਹਾਨੂੰ ਸਿੰਪਟਮਸ ਬਾਅਦ 'ਚ ਦੱਸਦੀ ਹਾਂ। ਇੱਦਾਂ ਦੇ ਮੇਲਸ ਦੇ ਕੀ ਸਿੰਪਟਮ ਹੋਣਗੇ ਜਿਹਨੂੰ ਕਲਿਨਫਿਲਟਰ ਸਿੰਡਰੋਮ ਹੋਇਆ ਹੋਏਗਾ, ਠੀਕ ਹੈ। ਸੋ ਉਹਦੇ 'ਚ ਕ੍ਰੋਮੋਸੋਮ ਨੰਬਰ XXY ਆ ਗਏ ਨਾ, ਉਹ ਬੱਚੇ ਉਹਦੇ ਹੁਣ ਦੋ ਕਾਰਨ ਹੋ ਸਕਦੇ। ਉਹਦੇ ਲਈ ਮੈਂ ਡਾਇਗਰਾਮਸ ਵੀ ਬਣਾਈਆਂ ਹੋਈਆਂ ਨੇ ਵੀ ਜਾਂ ਤਾਂ ਐਗ ਐਬਨੋਰਮਲ ਸੀਗਾ। ਦੇਖੋ ਤੁਸੀਂ ਇਹਨੂੰ ਐਬਨੋਰਮਲ ਐਗ ਹੀ ਕਹੋਗੇ ਨਾ, ਕਿਉਂਕਿ ਤੁਹਾਨੂੰ ਪਤਾ ਕਿ ਇੱਕ ਐਗ ਦੇ ਅੰਦਰ ਤਾਂ ਇੱਕ X ਕ੍ਰੋਮੋਸੋਮ ਜਾਣਾ ਚਾਹੀਦਾ, ਦੂਜੇ ਐਗ ਦੇ ਅੰਦਰ ਦੂਸਰਾ X ਕ੍ਰੋਮੋਸੋਮ ਜਾਣਾ ਚਾਹੀਦਾ। ਪਰ ਇੱਥੇ ਇੱਕ ਐਗ ਦੇ ਅੰਦਰ ਹੀ ਦੋਨੋਂ X ਕ੍ਰੋਮੋਸੋਮ ਚਲੇ ਗਏ ਹੈ। ਅੱਛਾ, ਨੈਚੁਰਲੀ ਜਦੋਂ ਇਹ ਐਬਨੋਰਮਲ ਐਗ ਜਿਹੜਾ ਨੋਰਮਲ ਸਪਰਮ ਵਾਈ ਦੇ ਨਾਲ ਜਦੋਂ ਰਿਐਕਟ ਕਰੇਗਾ, ਠੀਕ ਹੈ ਨਾ, ਫਰਟੀਲਾਈਜ਼ ਕਰ ਦੇਗਾ ਇਸ ਐਗ ਨੂੰ, ਤਾਂ ਨੈਚੁਰਲੀ ਬੱਚੇ ਜਿਹੜਾ ਬੱਚਾ ਪੈਦਾ ਹੋਏਗਾ ਉਹਦੇ 'ਚ ਤਾਂ ਇਹ ਆ ਜਾਣਗੇ ਨਾ ਤਿੰਨੇ ਕ੍ਰੋਮੋਸੋਮਸ। ਜਾਂ ਫਿਰ ਐਗ ਨੋਰਮਲ ਹੈ, ਇੱਕ X ਕ੍ਰੋਮੋਸੋਮ ਵਾਲਾ ਹੀ ਹੈ, ਪਰ ਸਪਰਮ ਐਬਨੋਰਮਲ ਹੈਗੇ ਆ। ਸਪਰਮ ਦੋਨੋਂ ਹੀ ਇਕੱਠੇ ਆ, ਸੈਪਰੇਟ ਹੀ ਨਹੀਂ ਹੋਏ X ਅਤੇ Y, ਇੱਕ ਸਪਰਮ 'ਚ ਹੀ ਆ ਗਏ ਦੋਨੋਂ ਕ੍ਰੋਮੋਸੋਮਸ, ਹੈ ਨਾ। ਜਦੋਂ ਇਹ ਸਪਰਮ ਇਸ ਐਗ ਨੂੰ ਫਰਟੀਲਾਈਜ਼ ਕਰੇਗਾ ਤਾਂ ਵੀ ਇੰਡੀਵਿਜੂਅਲ ਦਾ ਜੀਨੋਟਾਈਪ ਕੀ ਹੋਏਗਾ? XXY। ਇਹਨੂੰ ਡਾਇਗਰਾਮੈਟਿਕਲੀ ਵੀ ਦਿਖਾਇਆ ਗਿਆ, ਨੋਰਮਲ ਐਗ, ਐਬਨੋਰਮਲ ਐਗ, ਹੈ ਨਾ। ਨੋਰਮਲ ਐਗ ਕਿਹੜਾ ਜਿਹਦੇ ਕੋਲ ਇੱਕ ਹੀ ਕ੍ਰੋਮੋਸੋਮ ਗਿਆ, ਐਬਨੋਰਮਲ ਕਿਹੜੇ ਜਿਹਦੇ ਕੋਲ ਦੋਨੋਂ ਹੀ ਚਲੇ ਗਏ ਆ, ਜਾਂ ਫਿਰ ਇੱਕ ਐਗ ਖਾਲੀ ਹੈ ਉਹਦੇ ਕੋਲ ਕੋਈ ਵੀ ਕ੍ਰੋਮੋਸੋਮ ਨਹੀਂ ਗਿਆ X ਕ੍ਰੋਮੋਸੋਮ। ਇੱਦਾਂ ਹੀ ਨੋਰਮਲ ਅਤੇ ਐਬਨੋਰਮਲ ਸਪਰਮ ਹੈਗੇ ਨੇ ਬੱਚੇ। ਨੈਚੁਰਲੀ ਕਾਮਨ ਸੈਂਸ ਹੈ ਨਾ, ਕਿਹੜੇ ਸਪਰਮਸ ਨੋਰਮਲ ਹੋਣਗੇ? ਜਿਨ੍ਹਾਂ ਦੇ ਕੋਲ ਇੱਕ ਕ੍ਰੋਮੋਸੋਮ X ਗਿਆ, ਜਿਨ੍ਹਾਂ ਦੇ ਕੋਲ ਇੱਕ ਕ੍ਰੋਮੋਸੋਮ Y ਗਿਆ, ਹੈ ਨਾ। ਕਿਹੜੇ ਐਬਨੋਰਮਲ ਸਪਰਮ ਹੋਣਗੇ? ਵੀ ਉਹ ਸਪਰਮ ਜਿਹਦੇ 'ਚ ਦੋਨੋਂ ਹੀ ਚਲੇ ਗਏ ਹੈ, ਇੱਕ ਸਪਰਮ ਦੇ ਅੰਦਰ ਹੀ XY ਚਲੇ ਗਏ ਦੋਨੋਂ ਹੀ ਕ੍ਰੋਮੋਸੋਮਸ, ਉਹ ਵੀ ਐਬਨੋਰਮਲ ਹੋਣਗੇ। ਜਾਂ ਫਿਰ ਕੋਈ ਵੀ ਕ੍ਰੋਮੋਸੋਮ ਗਿਆ ਹੀ ਨਹੀਂ ਕਿਸੇ ਸਪਰਮ 'ਚ, ਖਾਲੀ ਹੈ ਸਪਰਮ, ਨਾ X ਗਿਆ ਨਾ Y ਗਿਆ। ਤਾਂ ਨੈਚੁਰਲੀ ਜਦੋਂ ਮੀਟਿੰਗ ਹੋਏਗੀ, ਠੀਕ ਹੈ ਨਾ, ਇੱਦਾਂ ਦੇ ਐਗ ਅਤੇ ਸਪਰਮ ਦੀ ਆਪਸ ਦੇ ਵਿੱਚ, ਤਾਂ ਇਹ ਵਾਲੇ ਡਿਸਆਰਡਰਸ ਪੈਦਾ ਹੋਣਗੇ। XXY ਹੋਏਗਾ ਤਾਂ ਕਲਿਨਫਿਲਟਰ ਸਿੰਡਰੋਮ ਪੈਦਾ ਹੋਏਗਾ। ਇਹ ਮੇਲਸ ਦੇ ਵਿੱਚ ਡਿਸਆਰਡਰ ਹੈ, ਠੀਕ ਹੈ। ਅਤੇ ਜੇਕਰ ਸਪਰਮ ਜਿਹੜਾ ਹੈਗਾ, ਠੀਕ ਹੈ, ਮੰਨ ਲਓ ਐਬਨੋਰਮਲ ਹੈ, ਉਹਦੇ ਕੋਲ ਕੋਈ ਵੀ ਕ੍ਰੋਮੋਸੋਮ ਨੰਬਰ ਨਹੀਂ ਹੈ, 0 ਹੈ, ਠੀਕ ਹੈ, ਅਤੇ ਐਗ ਨੋਰਮਲ ਹੈ X0, ਠੀਕ ਹੈ। ਅਤੇ ਇਹ ਟਰਨਰਜ਼ ਸਿੰਡਰਮ ਹੋਏਗਾ, ਇਹ ਫੀਮੇਲਸ ਹੋਣਗੀਆਂ। ਇਹਨਾਂ ਦਾ ਕ੍ਰੋਮੋਸੋਮ ਨੰਬਰ ਹੁਣ ਦੇਖੋ ਧਿਆਨ ਨਾਲ, ਹੈ ਨਾ। ਨੋਰਮਲ ਕ੍ਰੋਮੋਸੋਮ ਨੰਬਰ 46, ਠੀਕ ਹੈ। ਕਲਿਨਫਿਲਟਰ ਮੇਲ ਜੇਕਰ ਪੈਦਾ ਹੋ ਗਿਆ ਤਾਂ ਉਹਦੇ 'ਚ ਕ੍ਰੋਮੋਸੋਮ ਨੰਬਰ ਵੱਧ ਗਿਆ 47, ਜਦ ਕਿ ਜਿਹੜੀਆਂ ਫੀਮੇਲਸ ਹੋਣਗੀਆਂ, ਤੁਸੀਂ ਧਿਆਨ ਨਾਲ ਦੇਖਦੇ ਪਏ ਹੋ ਕੀ ਜੀਨੋਟਾਈਪ ਹੈ ਟਰਨਰਜ਼ ਸਿੰਡਰੋਮ ਫੀਮੇਲ ਦਾ? X0। ਇਹਦਾ ਮਤਲਬ ਕਿ ਇੱਕ ਕ੍ਰੋਮੋਸੋਮ ਉਹਦੇ 'ਚ ਘੱਟ ਗਿਆ, ਅਤੇ ਇੱਦਾਂ ਦੀਆਂ ਫੀਮੇਲਸ ਦਾ ਕ੍ਰੋਮੋਸੋਮ ਨੰਬਰ ਕਿੰਨਾ ਹੋਏਗਾ? 45। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਟਰਨਰਜ਼ ਸਿੰਡਰੋਮ ਵਾਲਾ ਜਿਹੜਾ ਮੇਲ ਹੈ ਉਹਦੇ ਸਿੰਪਟਮਸ ਕੀ ਹੈ ਬੱਚੇ। ਇੱਦਾਂ ਦੇ ਮੇਲ ਜਿਹੜੇ ਹੁੰਦੇ ਨਾ ਸਟਰਾਈਲ ਹੁੰਦੇ ਆ, ਬੱਚਾ ਪੈਦਾ ਨਹੀਂ ਕਰਵਾ ਸਕਦੇ, ਉਹਨਾਂ ਦੀ ਟੈਸਟਿਸ ਬਹੁਤ ਛੋਟੀਆਂ ਹੁੰਦੀਆਂ ਨੇ, ਲੱਤਾਂ ਬਹੁਤ ਲੰਬੀਆਂ ਲੰਬੀਆਂ ਹੁੰਦੀਆਂ, ਮੋਟਾਪਾ ਆਇਆ ਹੁੰਦਾ ਬੋਡੀ ਦੇ ਉੱਪਰ, ਕਿਤੇ ਕਿਤੇ ਹੇਅਰ ਹੁੰਦੇ ਆ ਉਹਨਾਂ ਦੇ, ਹੈ ਨਾ। ਅਤੇ ਕਾਫੀ ਸਾਰੇ ਉਹਨਾਂ ਦੇ ਅੰਦਰ, ਕਿਉਂਕਿ ਦੇਖੋ ਡਬਲ X ਆ ਗਿਆ ਨਾ ਕ੍ਰੋਮੋਸੋਮ, ਇਸ ਕਰਕੇ ਫੀਮੇਲਸ ਵਾਲੇ ਕਰੈਕਟਰ ਆਉਣਾ ਸ਼ੁਰੂ ਹੋ ਜਾਂਦੇ ਆ, ਹੈ ਨਾ, ਠੀਕ ਹੈ। ਸੋ ਜਿੰਨਾ ਜ਼ਿਆਦਾ X ਕ੍ਰੋਮੋਸੋਮ ਵੱਧਦਾ ਜਾਏਗਾ, ਮੇਲ ਦੇ ਅੰਦਰ ਮੈਂਟਲ ਡਿਫੈਕਟ ਵੀ ਉਨਾ ਜ਼ਿਆਦਾ ਵੱਧਦਾ ਜਾਏਗਾ। ਦੇਖੋ ਕਿਸ ਤਰੀਕੇ ਦੇ ਡਿਸਆਰਡਰਸ ਹੈ। ਅੱਗੇ ਤੁਹਾਡੇ ਕੋਲ ਆ ਗਿਆ ਟਰਨਰਜ਼ ਸਿੰਡਰੋਮ। ਡਾਇਗਰਾਮ ਤੋਂ ਮੈਂ ਤੁਹਾਨੂੰ ਦਿਖਾ ਦਿੱਤਾ, ਹੈ ਨਾ। ਸੋ ਇਹ ਫੀਮੇਲਸ ਦੇ ਵਿੱਚ ਡਿਸਆਰਡਰ ਹੈਗਾ। ਫੀਮੇਲ ਦਾ ਜੀਨੋਟਾਈਪ ਕੀ ਹੋਏਗਾ? X0। ਇਹਦੇ ਕੋਲ ਦੂਸਰਾ X ਹੈਗਾ ਹੀ ਨਹੀਂ ਹੈ, ਇਹਦੇ ਕੋਲ ਇੱਕ ਹੀ X ਕ੍ਰੋਮੋਸੋਮ ਹੈ, ਦੂਸਰਾ ਕੋਈ ਕ੍ਰੋਮੋਸੋਮ ਹੈ ਹੀ ਨਹੀਂ, ਠੀਕ ਹੈ। ਸੋ ਨੈਚੁਰਲੀ ਬੱਚੇ ਇਸ ਕਿਸਮ ਦਾ ਜੀਨੋਟਾਈਪ ਵੀ ਕਦੋਂ ਪ੍ਰੋਡਿਊਸ ਹੋਏਗਾ? ਜਦੋਂ ਐਗ ਜਿਹੜਾ ਹੈਗਾ ਬਨੋਰਮਲ ਹੈ, ਐਗ ਦੇ ਕੋਲ ਕੋਈ ਵੀ X ਕ੍ਰੋਮੋਸੋਮ ਹੀ ਹੈ ਨਹੀਂਗਾ, ਸਪਰਮ ਨੋਰਮਲ ਸੀਗਾ, X ਕ੍ਰੋਮੋਸੋਮ ਵਾਲਾ ਆਇਆ, ਤਾਂ ਨੈਚੁਰਲੀ ਦੇਖੋ ਫੀਮੇਲ ਪੈਦਾ ਹੋਣੀ ਨਾ। ਜਦੋਂ ਸਪਰਮ X ਹੋਵੇ, ਹੈ ਨਾ, ਤਾਂ X0 ਆ ਗਿਆ। ਜਾਂ ਫਿਰ ਉਲਟ ਕਰ ਦਿਓ, ਐਬਨੋਰਮਲ ਸਪਰਮ ਹੈ, ਤੁਹਾਨੂੰ ਪਤਾ ਐਬਨੋਰਮਲ ਸਪਰਮ ਕਿਹੜਾ ਹੁੰਦਾ? ਜਿਹੜਾ ਕਿ ਖਾਲੀ ਹੁੰਦਾ,
ਜਿਹਦੇ ਕੋਲ ਕੋਈ ਵੀ ਐਕਸ ਕ੍ਰੋਮੋਸੋਮ ਨਹੀਂ ਹੈ, ਐਗ ਨੋਰਮਲ ਹੈ, ਹੁਣ ਜਿਹਦੇ ਕੋਲ ਇੱਕ ਐਕਸ ਕ੍ਰੋਮੋਸੋਮ ਹੈ ਤਾਂ ਵੀ ਜੀਨੋਟਾਈਪ ਕੀ ਪੈਦਾ ਹੋਏਗਾ, X0। ਸੋ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਫੀਮੇਲ ਐਬਨੋਰਮਲ ਪੈਦਾ ਹੋਣਗੀਆਂ। ਟਰਨਰਜ਼ ਸਿੰਡਰੋਮ, ਇੱਦਾਂ ਦੀਆਂ ਫੀਮੇਲਸ ਸਟਰਾਈਲ ਹੋਣਗੀਆਂ, ਇਹਨਾਂ ਦੀ ਬ੍ਰੈਸਟ ਓਵਰੀਜ਼ ਡਿਵੈਲਪ ਨਹੀਂ ਹੋਈਆਂ ਹੋਣਗੀਆਂ, ਯੂਟਰਸ ਦਾ ਸਾਈਜ਼ ਵੀ ਬਹੁਤ ਛੋਟਾ ਹੋਏਗਾ, ਗਰਦਨ ਦੇ ਉੱਤੇ ਸਕਿਨ ਬੜੀ ਮੋਟੀ ਜੀ ਲੂਜ਼ ਜੀ ਸਕਿਨ ਹੋਏਗੀ। ਉੱਦਾਂ ਇਹ ਨੋਰਮਲ ਇੰਟੈਲੀਜੈਂਸ ਹੋਏਗੀ ਇਹਨਾਂ ਦੀ, ਹੈ ਨਾ। ਹਾਈਟ ਦੇ ਵਿੱਚ ਵੀ ਇਹ ਛੋਟੀਆਂ ਰਹਿ ਜਾਣਗੀਆਂ ਜਿਹੜੇ ਫੀਮੇਲਸ ਹੈ। ਇਹਨਾਂ ਦੇ ਵਿੱਚ ਮੇਲਸ ਵਾਲਾ ਕਰੈਕਟਰ ਕੀ ਆ ਜਾਏਗਾ ਕਿ ਗਰਦਨ ਜਿਹੜੀ ਹੈ ਹੈਵੀ ਹੋ ਜਾਏਗੀ, ਉਹ ਬੰਦਿਆਂ ਦਾ ਕਰੈਕਟਰ ਹੈ ਵੈਸੇ, ਹੈ ਨਾ, ਠੀਕ ਹੈ। ਨੈਰੋ ਹਿਪ ਹੋ ਜਾਏਗੀ, ਹੈ ਨਾ, ਠੀਕ ਹੈ। ਸੋ ਉਹਨੂੰ ਮੈਂਸਿਸ ਵਗੈਰਾ ਜਾਂ ਓਵੂਲੇਸ਼ਨ ਜਿਹੜੀਆਂ ਨਹੀਂ ਹੋਏਗੀ, ਠੀਕ ਹੈ। ਇਸੇ ਤਰੀਕੇ ਦੇ ਨਾਲ ਬੱਚੇ ਸੁਪਰ ਮੇਲਸ ਐਂਡ ਸੁਪਰ ਫੀਮੇਲਸ ਵੀ ਪ੍ਰੋਡਿਊਸ ਹੋ ਸਕਦੇ ਆ ਨੈਚੁਰਲੀ। ਫੀਮੇਲਸ ਦੇ ਵਿੱਚ ਐਕਸ ਕ੍ਰੋਮੋਸੋਮਸ ਹੁੰਦੇ ਆ, ਸੋ ਇੱਕ ਫੀਮੇਲ ਦੇ ਅੰਦਰ 3 ਐਕਸ ਕ੍ਰੋਮੋਸੋਮ ਵੀ ਹੋ ਸਕਦੇ, ਨੋਰਮਲੀ ਤਾਂ 2 ਹੀ ਹੁੰਦੇ ਆ, ਠੀਕ ਹੈ। ਸੋ 3 ਵੀ ਹੋ ਸਕਦੇ, 4 ਵੀ, 5 ਵੀ। ਇਹਦਾ ਮਤਲਬ ਇਹਨਾਂ ਦਾ ਕ੍ਰੋਮੋਸੋਮ ਨੰਬਰ ਕਿੰਨਾ ਹੋ ਸਕਦਾ, 47, 48, 49। ਇੱਦਾਂ ਦੀਆਂ ਫੀਮੇਲਸ ਜਿਹੜੀਆਂ ਹੁੰਦੀਆਂ ਨੇ, ਇਹਨਾਂ ਦੀ ਅਬਨੋਰਮਲ ਸੈਕਸ਼ੂਅਲ ਡਿਵੈਲਪਮੈਂਟ ਹੁੰਦੀ ਹੈ, ਮੈਂਟਲ ਰਿਟਾਰਡੇਸ਼ਨ ਹੁੰਦੀ ਹੈ ਇਹਨਾਂ ਦੇ ਅੰਦਰ, ਦੇਖੋ, ਠੀਕ ਹੈ, ਕਿਉਂਕਿ ਐਕਸ ਕ੍ਰੋਮੋਸੋਮ ਨੰਬਰ ਵੱਧਦਾ ਜਾ ਰਿਹਾ ਹੈ। ਸੁਪਰ ਮੇਲਸ ਕਿਹੜੇ ਹੋਣਗੇ, ਜਿਨ੍ਹਾਂ ਦਾ ਜੀਨੋਟਾਈਪ XYY, ਵਾਈ ਕ੍ਰੋਮੋਸੋਮ 2 ਵਾਰੀ ਆ ਗਿਆ, ਠੀਕ ਹੈ। ਇੱਦਾਂ ਦੇ ਜਿਹੜੇ ਮੇਲਸ ਹੁੰਦੇ ਆ ਨਾ, ਠੀਕ ਹੈ, ਸੋ ਉਹਨਾਂ ਦੀ ਹਾਈਟ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ, ਲੰਬੇ ਹੋ ਜਾਂਦੇ ਆ, ਹੈ ਨਾ, ਤਾਂ ਮੈਂਟਲ ਰਿਟਾਰਡੇਸ਼ਨ ਹੋ ਜਾਂਦੀ ਉਹਨਾਂ ਦੇ ਅੰਦਰ। ਇੱਦਾਂ ਦੇ ਜਿਹੜੇ ਮੇਲਸ ਹੁੰਦੇ ਨਾ, ਉਹਨਾਂ ਦਾ ਮਾਈਂਡ ਜਿਹੜਾ ਨਾ ਕ੍ਰਿਮੀਨਲ ਮਾਈਂਡ ਹੁੰਦਾ, ਹੈ ਨਾ, ਜੁਰਮ ਕਰਨ ਵਾਲਾ ਮਾਈਂਡ ਹੁੰਦਾ, ਹੈ ਨਾ, ਕਾਫੀ ਅਗਰੈਸਿਵ ਹੁੰਦੇ ਆ ਨੋਰਮਲ ਮੇਲਸ ਦੇ ਨਾਲੋਂ, ਠੀਕ ਹੈ ਜੀ। ਅੱਗੇ ਤੁਹਾਡੇ ਕੋਲ ਆ ਜਾਂਦੀ ਹਿਊਮਨ ਜੈਨੇਟਿਕਸ। ਸੋ ਬੱਚੇ ਉਹ ਬ੍ਰਾਂਚ ਆ ਜੈਨੇਟਿਕਸ ਦੀ ਜਿਹੜੀ ਕਿ ਡੀਲ ਕਰਦੀ ਹੈ ਨੈਚੁਰਲੀ ਹਿਊਮਨ ਬੀਇੰਗਸ ਦੇ ਅੰਦਰ ਕਿਸ ਤਰੀਕੇ ਦੇ ਨਾਲ ਕਰੈਕਟਰਿਸਟਿਕਸ ਦੀ ਇਨਹੈਰੀਟੈਂਸ ਹੋ ਰਹੀ ਹੈ, ਕਿੱਦਾਂ ਕਰੈਕਟਰਸ ਪਾਸ ਹੋ ਰਹੇ ਆ। ਸੋ ਹਿਊਮਨ ਜੈਨੇਟਿਕਸ ਦੇ ਉੱਤੇ ਸਰ ਅਰਚੀਬਾਲਡ ਗੈਰਡ ਜਿਹੜੇ ਸੀ ਨਾ, ਉਹਨਾਂ ਨੇ ਬਹੁਤ ਜ਼ਿਆਦਾ ਵਰਕ ਕੀਤਾ ਸੀ। ਇਸੇ ਕਰਕੇ ਇਹਨਾਂ ਨੂੰ ਕਿਹਾ ਗਿਆ ਸੀਗਾ ਦਾ ਫਾਦਰ ਆਫ ਹਿਊਮਨ ਜੈਨੇਟਿਕਸ। ਜਿੱਦਾਂ ਮੈਂਡਲ ਜਿਹੜੇ ਸੀਗੇ ਫਾਦਰ ਆਫ ਜੈਨੇਟਿਕਸ ਸੀਗੇ ਨਾ, ਇਸੇ ਤਰੀਕੇ ਨਾਲ ਸਰ ਅਰਚੀਬਾਲਡ ਜਿਹੜੇ ਸੀਗੇ ਨਾ, ਇਹ ਫਾਦਰ ਆਫ ਹਿਊਮਨ ਜੈਨੇਟਿਕਸ ਮੰਨੇ ਗਏ, ਹੈ ਨਾ। ਸੋ ਹਿਊਮਨ ਹੈਰੀਡਿਟੀ ਟ੍ਰੇਟਸ ਜਿਹੜੇ ਹੈਗੇ ਆ, ਸੋ ਨੈਚੁਰਲੀ ਹੈਰੀਡਿਟੀ ਟ੍ਰੇਟਸ ਕਿਹੜੇ ਹੁੰਦੇ ਹਿਊਮਨ ਬੀਇੰਗਸ ਦੇ ਵਿੱਚ, ਜਿਨ੍ਹਾਂ ਦੀ ਕਿ ਇਨਹੈਰੀਟੈਂਸ ਹੁੰਦੀ ਆ ਫਰੋਮ ਵਨ ਜਨਰੇਸ਼ਨ ਟੂ ਦਾ ਅਦਰ ਜਨਰੇਸ਼ਨ, ਹੈ ਨਾ। ਉਹ ਡੋਮੀਨੈਂਟ ਵੀ ਹੋ ਸਕਦੇ ਆ ਅਤੇ ਰਿਸੈਸਿਵ ਟ੍ਰੇਟਸ ਵੀ ਹੋ ਸਕਦੇ ਆ, ਹੈ ਨਾ। ਸੋ ਇਹਦੇ ਲਈ ਸਟੱਡੀ ਕਰਨ ਦੇ ਲਈ ਬਹੁਤ ਸਾਰੇ ਮੈਥਡਸ ਹੈ, ਜਿਹਦੇ 'ਚ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਜਾਂਦਾ ਪੈਡੀਗਰੀ ਐਨਾਲਿਸਿਸ, ਹੈ ਨਾ, ਪੈਡੀਗਰੀ ਰਿਕਾਰਡ ਜਿਹਦੀ ਤੁਹਾਨੂੰ ਵੀਡੀਓ ਭੇਜੀ ਸੀ। ਸੋ ਪੈਡੀਗਰੀ ਰਿਕਾਰਡ ਦੇ ਵਿੱਚ ਅਸੀਂ ਕੀ ਦੇਖ ਸਕਦੇ ਹਾਂ ਕਿ ਜੇਕਰ ਕੋਈ ਵੀ ਡਿਫੈਕਟ ਪੈਦਾ ਹੋ ਰਿਹਾ, ਹੈ ਨਾ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਵਿੱਚ ਟਰਾਂਸਮਿਟ ਹੋ ਰਿਹਾ, ਤਾਂ ਅਸੀਂ ਉਹਨੂੰ ਪੈਡੀਗਰੀ ਐਨਾਲਿਸਿਸ ਜਾਂ ਪੈਡੀਗਰੀ ਚਾਰਟ, ਪੈਡੀਗਰੀ ਟਰੀ ਤੋਂ ਪਤਾ ਕਰ ਸਕਦੇ ਹਾਂ ਕਿ ਇਹ ਡਿਫੈਕਟ ਪਿੱਛੇ ਫੈਮਿਲੀ ਦੇ ਵਿੱਚ ਕਿਹਨੂੰ ਕਿਹਨੂੰ ਸੀ। ਇਸੇ ਤਰੀਕੇ ਦੇ ਨਾਲ ਹਿਊਮਨ ਜੈਨੇਟਿਕਸ ਦੀ ਜਿਹੜੀ ਹੈ ਸਟੱਡੀ ਕਰਨੀ ਹੈ। ਹਿਊਮਨ ਜੈਨੇਟਿਕਸ ਅ ਨਿਊ ਬ੍ਰਾਂਚ ਆਫ ਬਾਇਓਲੋਜੀ ਹੈ, ਬਹੁਤ ਹੀ ਹੈਲਪਫੁਲ ਹੈ ਇਨ ਦਾ ਸਟੱਡੀ ਆਫ ਹਿਊਮਨ ਜੈਨੇਟਿਕਸ, ਪਾਪੂਲੇਸ਼ਨ ਜੈਨੇਟਿਕਸ ਜੋ ਹੈ, ਠੀਕ ਹੈ। ਸੋ ਨਿਊ ਬ੍ਰਾਂਚ ਹੈ ਬਾਇਓਲੋਜੀ ਦੀ, ਜੋ ਕਾਹਦੇ ਵਿੱਚ ਹੈਲਪ ਕਰਦੀ ਹੈ, ਹਿਊਮਨ ਜੈਨੇਟਿਕਸ ਨੂੰ ਸਟੱਡੀ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਇਹਦੇ ਵਿੱਚ 2 ਸਾਇੰਟਿਸਟ ਸੀਗੇ, ਹਾਰਡੀ ਐਂਡ ਵੈਨਬਰਗ। ਸੋ ਉਹਨਾਂ ਦੇ ਨਾਮ ਤੋਂ ਹੀ, ਠੀਕ ਹੈ, ਇੱਕ ਮੈਥ ਇਕੁਏਸ਼ਨ ਪੈਦਾ ਹੋਈ, ਇੱਕ ਲਾਅ ਪੈਦਾ ਹੋਇਆ ਜਿਹਨੂੰ ਕਹਿੰਦੇ ਹਾਰਡੀ ਵੈਨਬਰਗ ਲਾਅ ਔਰ ਇਕੁਏਸ਼ਨ। ਇਹ ਸਾਨੂੰ ਕੀ ਦੱਸਦੇ ਆ, ਇਹ ਦੱਸਦੇ ਆ ਕਿ ਸਾਨੂੰ ਆਟੋਸੋਮਲ ਡੋਮੀਨੈਂਟ ਜਾਂ ਰਿਸੈਸਿਵ ਇਨਹੈਰੀਟੈਂਸ ਜਿਹੜੀ ਹੈ ਨਾ ਕਿਸੇ ਵੀ ਪਾਪੂਲੇਸ਼ਨ 'ਚ, ਠੀਕ ਹੈ ਨਾ, ਉਹਨੂੰ ਐਕਸਪ੍ਰੈਸ ਕੀਤਾ ਜਾ ਸਕਦਾ ਹਾਰਡੀ ਵੈਨਬਰਗ ਲਾਅ ਦੇ ਨਾਲ, ਠੀਕ ਹੈ। ਸੋ ਉਹਦੇ ਲਈ ਇਕੁਏਸ਼ਨਸ ਇੱਕ ਬਣੀ ਹੋਈ ਹੈ, ਅਲਜਬਰਿਕ ਐਕਸਪ੍ਰੈਸ਼ਨ ਹੈ, P+2PQ + Q ਦਾ ਸਕੁਅਰ = 1। ਹੁਣ ਦੇਖੋ ਬੱਚੇ, ਜੇਕਰ ਅਸੀਂ ਹੋਮੋਜਾਈਗਸ ਹੈਟਰੋਜਾਈਗਸ ਦੀ ਗੱਲ ਕਰੀਏ ਨਾ, ਇਹ ਹੋਮੋਜਾਈਗਸ, ਠੀਕ ਹੈ, ਡੋਮੀਨੈਂਟ ਪੇਰੈਂਟਸ ਹੋਣਗੇ, ਠੀਕ ਹੈ, P² Q² ਜਿਹੜੇ ਹੈਗੇ ਆ ਇਹ ਹੋਮੋਜਾਈਗਸ ਰਿਸੈਸਿਵ ਪੇਰੈਂਟਸ ਹੋਣਗੇ। ਅਤੇ ਤੁਹਾਨੂੰ ਪਤਾ ਹੀ ਹੈ PQ ਕੀ ਹੁੰਦਾ, ਹੈ ਨਾ, ਮੀਨਸ ਕਿ ਉਹੀ PQ ਮਤਲਬ ਜਿਸ ਤਰ੍ਹਾਂ ਅਸੀਂ ਇੱਥੇ ਮੰਨ ਲਓ, ਮੈਂ P ਨੂੰ ਮੰਨ ਲੈਂਦੀ ਹਾਂ ਕੈਪੀਟਲ B ਗੁਣੀਆਂ ਪਿਗਸ ਦੇ ਵਿੱਚ ਮੰਨਦੇ ਹਾਂ ਨਾ ਅਸੀਂ, ਕੈਪੀਟਲ B ਨੂੰ ਡੋਮੀਨੈਂਟ, ਸਮਾਲ b ਨੂੰ ਰਿਸੈਸਿਵ, ਅਤੇ ਹੈਟਰੋਜਾਈਗੋਟ ਕੌਣ ਹੁੰਦੇ, ਕੈਪੀਟਲ B ਸਮਾਲ b। ਆ ਦੇਖੋ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਹੈ, ਠੀਕ ਹੈ। ਪਰ ਅਲਜਬਰਿਕ ਸਮ ਦੇ ਵਿੱਚ ਵੀ ਇੱਥੇ ਐਕਸਪਲੇਨ ਕੀਤਾ ਗਿਆ, ਇਹਨੂੰ ਇਸ ਤਰ੍ਹਾਂ ਮੰਨ ਕੇ ਚੱਲੋ, ਇਹ ਹੋਮੋਜਾਈਗਸ ਡੋਮੀਨੈਂਟ ਹੈ, ਇਹ ਹੋਮੋਜਾਈਗਸ ਰਿਸੈਸਿਵ ਹੈ, ਅਤੇ ਇਹ ਕੌਣ ਹੈ, ਹੈਟਰੋਜਾਈਗਸ ਹੈ, ਠੀਕ ਹੈ। ਸੋ ਇੱਦਾਂ ਵੀ ਲਿਖ ਸਕਦੀ ਹਾਂ ਮੈਂ ਇਹਨੂੰ, P+Q ਦਾ ਹੋਲ ਸਕੁਅਰ, ਉਹੀ ਹੈ ਜੋ ਮੈਥ ਦਾ ਫਾਰਮੂਲਾ ਹੁੰਦਾ, P² + 2PQ + Q ਦਾ ਸਕੁਅਰ = 1, ਠੀਕ ਹੈ। ਸੋ ਇੱਥੇ ਇੱਦਾਂ ਵੀ ਆ ਸਕਦਾ ਕੈਪੀਟਲ B + ਸਮਾਲ b, ਉਹਦਾ ਹੋਲ ਦਾ ਸਕੁਅਰ, ਇਹ ਇਕੁਏਸ਼ਨ ਬਣ ਸਕਦੀ ਹੈ। ਸੋ ਐਕਚੁਅਲੀ ਦੇ ਵਿੱਚ ਹਾਰਡੀ ਅਤੇ ਵੈਨਬਰਗ ਕੀ ਕਹਿਣਾ ਚਾਹੁੰਦੇ ਆ, ਉਹ ਕਹਿੰਦੇ ਕਿ P + Q = 1 ਦਾ ਕੀ ਮਤਲਬ ਹੈ ਕਿ ਸਾਰੇ ਦੇ ਸਾਰੀਆਂ ਡੋਮੀਨੈਂਟ ਅਲੀਲਸ ਅਤੇ ਸਾਰੇ ਦੇ ਸਾਰੀਆਂ ਰਿਸੈਸਿਵ ਅਲੀਲਸ, ਹੈ ਨਾ, ਠੀਕ ਹੈ। ਕਿਸੇ ਵੀ ਪਾਪੂਲੇਸ਼ਨ ਦੇ ਵਿੱਚ ਸਾਰੀਆਂ ਦੇ ਸਾਰੀਆਂ ਅਲੀਲਸ ਜਿਹੜੀਆਂ ਹੁੰਦੀਆਂ ਕਿਸੇ ਵੀ ਜੀਨ ਦੀਆਂ, ਉਹ ਬਰਾਬਰ ਹੈ, ਠੀਕ ਹੈ ਨਾ। ਸੋ P+ ਇਸ ਪੂਰੀ ਇਕੁਏਸ਼ਨ ਦਾ ਕੀ ਮਤਲਬ ਹੈ, ਕਿਸੇ ਵੀ ਪਰਟੀਕੂਲਰ ਜੀਨ ਦੇ ਲਈ, ਠੀਕ ਹੈ, ਜਿਹੜੇ ਹੋਮੋਜਾਈਗਸ ਇੰਡੀਵਿਜੂਅਲਸ ਹੁੰਦੇ ਆ
ਠੀਕ ਹੈ। ਹੋਮੋਜ਼ਾਈਗਸ ਡੋਮੀਨੈਂਟ ਇੰਡੀਵਿਜੂਅਲਸ ਹੁੰਦੇ ਆ, ਜਿੰਨੇ ਵੀ ਹੈਟਰੋਜ਼ਾਈਗਸ ਇੰਡੀਵਿਜੂਅਲਸ ਹੁੰਦੇ ਆ, ਹੋਮੋਜ਼ਾਈਗਸ ਰਿਸੈਸਿਵ ਇੰਡੀਵਿਜੂਅਲਸ ਹੁੰਦੇ ਆ, ਉਹ ਪਾਪੂਲੇਸ਼ਨ ਦੇ ਵਿੱਚ ਇਕੁਅਲ ਨੰਬਰ ਦੇ ਵਿੱਚ ਹੁੰਦੇ ਆ। ਠੀਕ ਹੈ ਨਾ, ਹਾਰਡੀ ਵੈਨਬਰਗਸ ਲਾ ਇਹ ਸ਼ੋ ਕਰਦਾ। ਤੀਸਰਾ ਮੈਥਡ ਕੀ ਹੈਗਾ, ਹਿਊਮਨ ਸੈੱਲ ਕਲਚਰ, ਹੈ ਨਾ। ਸੋ ਇਸ ਟੈਕਨੀਕ ਦੇ ਵਿੱਚ ਕੀ ਕਰਨਾ, ਹਿਊਮਨ ਬੀਇੰਗਸ ਅਤੇ ਸੈੱਲਸ ਦੀ ਸਟੱਡੀ ਕਰਨੀ ਹੈ, ਵੀ ਸੋਮੈਟਿਕ ਸੈੱਲਸ ਦਾ ਜੈਨੇਟਿਕਸ ਦੇਖਣਾ ਹੈ ਨਾ। ਸੋ ਉਹਦੇ ਅੰਦਰ ਠੀਕ ਹੈ ਕੀ ਚੇਂਜਸ ਆ ਰਹੀਆਂ ਨੇ, ਬਹੁਤ ਸਾਰੇ ਕਰੈਕਟਰਸ ਜਿਹੜੇ ਹੈਗੇ ਆ, ਕੋਈ ਬਾਇਓਕੈਮੀਕਲਸ ਹੈਗੇ ਨੇ, ਠੀਕ ਹੈ, ਜਿਹੜੇ ਕਿ ਇਨਹੈਰੀਟੈਂਸ ਦਾ ਕਾਰਨ ਬਣਦੇ ਆ। ਕਲਚਰ ਦੇ ਵਿੱਚ ਜਦੋਂ ਹਿਊਮਨ ਸੈੱਲਸ ਨੂੰ ਪਾਇਆ ਹੈ ਨਾ, ਤਾਂ ਉਹਨਾਂ ਦੀ ਡਿਵੀਜ਼ਨ ਜਿਹੜੀ ਹੈਗੀ ਆ ਉਹਨੂੰ ਰੋਕਿਆ ਜਾ ਸਕਦਾ, ਉਹਨਾਂ ਦੇ ਅੰਦਰ ਸੈੱਲਸ ਦੇ ਅੰਦਰ ਡਿਵੀਜ਼ਨ ਰੋਕੀ ਜਾ ਸਕਦੀ ਹੈ। ਇੱਕ ਕੋਲਚਿਸਿਨ ਕੈਮੀਕਲ ਹੈ, ਉਹਦੀ ਹੈਲਪ ਦੇ ਨਾਲ ਇੱਦਾਂ ਦੇ ਜਿਹੜੇ ਸੈੱਲਸ ਹੈ ਨਾ, ਜਦੋਂ ਉਹਨਾਂ ਨੂੰ ਫਿਕਸ ਕੀਤਾ ਜਾਂਦਾ, ਉਹਨਾਂ ਦੀ ਸਟੇਨਿੰਗ ਕੀਤੀ ਜਾਂਦੀ, ਕੋਈ ਕਲਰ ਦਿੱਤਾ ਜਾਂਦਾ ਉਹਨਾਂ ਨੂੰ, ਤਾਂ ਤੁਸੀਂ ਕੀ ਦੇਖ ਸਕਦੇ ਹੋ, ਕ੍ਰੋਮੋਸੋਮਸ ਦਾ ਨੰਬਰ ਦੇਖ ਸਕਦੇ ਹੋ। ਠੀਕ ਹੈ। ਨਾਓ ਹਿਊਮਨ ਸਾਈਟੋਲੋਜੀ, ਠੀਕ ਹੈ। ਸੋ ਇਸੇ ਤਰੀਕੇ ਨਾਲ ਅਸੀਂ ਮੈਨ ਦੇ ਵਿੱਚ ਪਹਿਲਾਂ ਸੋਮੈਟਿਕ ਸੈੱਲਸ ਦੇ ਅੰਦਰ ਕਿੰਨੇ ਕ੍ਰੋਮੋਸੋਮਸ ਹੁੰਦੇ ਉਹਦੇ ਬਾਰੇ 'ਚ ਨਹੀਂ ਸੀ ਪਤਾ। ਬਾਅਦ ਦੇ ਵਿੱਚ ਕ੍ਰੋਮੋਸੋਮਸ ਨੂੰ ਸਟੇਨਿੰਗ ਕਲਰ ਕਰਕੇ, ਠੀਕ ਹੈ, ਅਸੀਂ ਕਰੈਕਟ ਨੰਬਰ ਪਤਾ ਕਰ ਸਕਦੇ ਹਾਂ ਕ੍ਰੋਮੋਸੋਮਸ ਦਾ। ਇਹ ਚੀਜ਼ ਸਾਨੂੰ ਬਹੁਤ ਜ਼ਿਆਦਾ ਹੈਲਪ ਕਰੇਗੀ ਹਿਊਮਨ ਜੈਨੇਟਿਕਸ ਦੇ ਵਿੱਚ। ਇਸੇ ਤਰੀਕੇ ਦੇ ਨਾਲ, ਠੀਕ ਹੈ, ਸੋ ਬਹੁਤ ਸਾਰੇ ਮੈਥਡਸ ਜਿਹੜੇ ਹੈਗੇ ਹਿਊਮਨ ਜੈਨੇਟਿਕਸ ਦੇ ਵਿੱਚ, ਕਿ ਸਟੱਡੀ ਆਫ ਟਵਿਨਸ, ਹੈ ਨਾ, ਜੈਨੇਟਿਕਸ ਦੀ, ਹਿਊਮਨ ਜੈਨੇਟਿਕਸ ਦੀ ਹੈਲਪ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਟਵਿਨਸ ਦੀ ਸਟੱਡੀ ਕਰ ਸਕਦੇ ਹਾਂ ਨਾ। ਹੁਣ ਤੁਹਾਨੂੰ ਪਤਾ ਕਿ ਟਵਿਨਸ ਹੋਮੋਜਾਈਗੋਟਿਕ ਵੀ ਹੁੰਦੇ ਆ, ਮਤਲਬ ਇੱਕ ਜਾਈਗੋਟ ਤੋਂ ਵੀ ਬਣੇ ਹੁੰਦੇ ਆ, ਦੋ ਤਰ੍ਹਾਂ ਦੇ ਜਾਈਗੋਟ ਤੋਂ ਵੀ ਬਣੇ ਹੁੰਦੇ ਆ ਨਾ। ਜਿਹੜੇ ਇੱਕ ਜਾਈਗੋਟ ਤੋਂ ਬਣੇ ਹੁੰਦੇ ਆ, ਦੋ ਬਲਾਸਟੋਮੀਅਰਸ ਦੇ ਅਲੱਗ-ਅਲੱਗ ਹੋਣ ਦੇ ਨਾਲ, ਹੈ ਨਾ, ਠੀਕ ਹੈ। ਸੋ ਫਰੈਟਰਨਲ ਟਵਿਨਸ ਜਿਹੜੇ ਹੈਗੇ ਆ, ਉਹਨਾਂ ਨੂੰ ਅਸੀਂ ਕਹਿੰਦੇ ਜਿਹੜੇ ਅਲੱਗ-ਅਲੱਗ ਜਾਈਗੋਟਸ ਤੋਂ ਬਣੇ ਹੁੰਦੇ ਆ, ਹੈ ਨਾ, ਠੀਕ ਹੈ। ਸੋ ਉਹ ਕਹਿੰਦਾ ਕਿ ਉਹ ਉਸੇ ਟਾਈਮ ਦੇ ਉੱਤੇ, ਹੈ ਨਾ, ਜਿਹੜੇ ਹੋਰ ਫੈਮਿਲੀ ਦੇ ਵਿੱਚ ਬੱਚੇ ਪੈਦਾ ਹੋਏ ਹੁੰਦੇ ਆ, ਠੀਕ ਹੈ। ਸੋ ਉਹਨਾਂ ਵਰਗੇ ਤਾਂ ਨਹੀਂ ਨਾ ਹੁੰਦੇ, ਆਇਡੈਂਟੀਕਲ ਟਵਿਨਸ ਤਾਂ ਉਹਨਾਂ ਨਾਲੋਂ ਅਲੱਗ ਹੀ ਹੋਣਗੇ ਨਾ। ਹੁਣ ਆਇਡੈਂਟੀਕਲ ਟਵਿਨਸ ਦੇ ਅੰਦਰ ਸੇਮ ਜੀਨੋਟਾਈਪ ਹੈ, ਠੀਕ ਹੈ ਨਾ। ਸੋ ਇਹ ਚੀਜ਼ ਸਾਨੂੰ ਹੈਲਪ ਕਰਦੀ ਹੈ, ਜੈਨੇਟਿਕਸ ਜਿਹੜੀ ਹੈਗੀ ਨਾ, ਹਿਊਮਨ ਜੈਨੇਟਿਕਸ, ਠੀਕ ਹੈ। ਸੋ ਬਹੁਤ ਸਾਰੇ ਮੈਥਡ ਸਾਡੀ ਹੈਲਪ ਕਰਦੇ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਸਟੱਡੀ ਕਰ ਸਕਦੇ ਹਾਂ ਕਿ ਕਿਹੜੇ ਹੈਰੀਡਿਟੀ ਕਰੈਕਟਰਸ ਹੈ ਅਤੇ ਕਿਹੜੇ ਇਨਵਾਇਰਮੈਂਟਲ ਕਰੈਕਟਰਸ ਹੈ ਨਾ, ਠੀਕ ਹੈ। ਸੋ ਆਇਡੈਂਟੀਕਲ ਟਵਿਨਸ ਦੇ ਵਿੱਚ ਜਿਹੜੇ ਕਰੈਕਟਰਿਸਟਿਕਸ ਸੇਮ ਹੋਣਗੇ, ਉਹ ਮਤਲਬ ਉਸੇ ਹੈਰੀਡਿਟੀ ਹੈ। ਜਿਹੜੇ ਫੀਚਰਸ ਡਿਫਰ ਹੋਣਗੇ ਟਵਿਨਸ ਦੇ ਵਿੱਚ, ਉਹ ਇਹਦਾ ਮਤਲਬ ਕਿ ਇਨਵਾਇਰਮੈਂਟ ਦੇ ਕਰਕੇ ਪੈਦਾ ਹੋਏ ਆ, ਹੈ ਨਾ, ਠੀਕ ਹੈ। ਜਿਸ ਤਰ੍ਹਾਂ ਕਿ ਇੰਟੈਲੀਜੈਂਸ, ਡਾਇਬਟੀਜ਼ ਡਿਜ਼ੀਜ਼ ਜਿਹੜੀ ਹੈਗੀ ਹੈ, ਠੀਕ ਹੈ, ਕਿਸੇ ਦੇ ਅੰਦਰ ਘੱਟ ਮਾਈਂਡਡਨੈਸ ਹੋਣਾ, ਫੀਬਲ ਮਾਈਂਡਡਨੈਸ, ਮਤਲਬ ਕਿਸੇ ਦਾ ਦਿਮਾਗ ਘੱਟ ਹੋਣਾ, ਇਹ ਸਾਰੇ ਹੈਰੀਡਿਟੀ ਟ੍ਰੇਟਸ ਹੈ। ਸੋ ਅਸੀਂ ਇਹ ਨਿਊ ਮੈਥਡਸ ਹੈ ਜੈਨੇਟਿਕਸ ਸਟੱਡੀ ਕਰਨ ਦੇ। ਮੈਂ ਕਿਹਾ ਤੁਹਾਡੇ ਕੋਲ ਆ ਗਿਆ ਹਿਊਮਨ ਬੀਇੰਗਸ ਦੇ ਕ੍ਰੋਮੋਜ਼ੋਮਸ, ਤੁਹਾਨੂੰ ਬਹੁਤ ਵਾਰੀ ਦੱਸ ਦਿੱਤਾ। ਆ ਦੇਖੋ, ਤੁਹਾਨੂੰ ਕੇਰੀਓ ਟਾਈਪ ਵੀ ਦੱਸਿਆ ਹੋਇਆ, ਨੋਰਮਲ ਹਿਊਮਨ ਬੀਇੰਗ ਦੇ ਕ੍ਰੋਮੋਜ਼ੋਮਸ ਅਰੇਂਜ ਕਰਕੇ ਦੱਸੇ ਹੋਏ ਆ। ਇਹ ਪਹਿਲਾ ਕ੍ਰੋਮੋਜ਼ੋਮ ਹੈ, ਦੂਸਰਾ, ਤੀਸਰਾ, ਚੌਥਾ, ਕਹਿੰਦੇ ਆ ਨਾ ਬੱਚੇ 23 ਪੇਅਰਸ, ਹੈ ਨਾ, ਠੀਕ ਹੈ। ਤਾਂ ਜਿਹੜੇ 20 ਆਟੋਸੋਮਸ 22, ਹੈ ਨਾ, ਆਟੋਸੋਮਸ 22 ਅਤੇ ਇੱਕ ਪੇਅਰ ਸੈਕਸ ਕ੍ਰੋਮੋਸੋਮਸ ਦਾ। ਜੇਕਰ ਫੀਮੇਲ ਹੈ ਤਾਂ ਇਹ ਵਾਲੇ ਕ੍ਰੋਮੋਸੋਮਸ, ਜੇਕਰ ਮੇਲ ਹੈ ਤਾਂ ਇਹ ਵਾਲੇ। ਤਾਂ ਦੇਖਿਓ ਟੋਟਲ ਇਹ 46 ਕ੍ਰੋਮੋਸੋਮਸ ਹੈ, ਠੀਕ ਹੈ ਨਾ। ਸੋ ਕੇਰੀਓਟਾਈਪ ਕੀ ਹੁੰਦਾ, ਇਹ ਸਿਸਟਮੈਟਾਈਜ਼ ਰਿਪਰਜੈਂਟੇਸ਼ਨ ਹੈਗੀ ਹੈ ਆਫ ਦਾ ਕ੍ਰੋਮੋਸੋਮ ਕੰਪੋਨੈਂਟਸ ਆਫ ਏ ਸੈੱਲ ਔਰ ਆਰਗੈਨਿਜ਼ਮ, ਡਿਪਿਕਟਿੰਗ ਦਾ characteristics means number, size, type, form, position of the centromere of the chromosomes, है ना। मीन्स कि क्रोमोसोम्स ਦੀ ਪੂਰੀ ਤੁਹਾਨੂੰ ਡਾਇਗਰਾਮ ਦਿਖਾਈ ਗਈ ਹੈ, ਫੋਟੋਗ੍ਰਾਫ ਦਿਖਾਇਆ ਗਿਆ ਕਿਸੇ ਸਿੰਗਲ ਸੈੱਲ ਨਿਊਕਲੀਅਸ ਦੇ ਅੰਦਰ, ਹੈ ਨਾ। ਸੋ ਇਹਨੂੰ ਕਹਿੰਦੇ ਆ ਕੇਰੀਓਟਾਈਪ, ਠੀਕ ਹੈ ਜੀ। ਸੋ ਇਹਦੇ ਨਾਲ ਬੱਚੇ ਇਹ ਤੁਹਾਡਾ ਜਿਹੜਾ ਚੈਪਟਰ ਨੰਬਰ 5 ਹੈ ਇਹ ਕੰਪਲੀਟ ਹੈ। ਸੋ ਇਹਦੇ ਤੋਂ ਬਾਅਦ ਮੈਂ ਬਾਇਓਟੈਕਨੋਲੋਜੀ, ਹੈ ਨਾ, ਜੋ ਕਿ ਬਹੁਤ ਇੰਪੋਰਟੈਂਟ ਤੁਹਾਡੀ ਯੂਨਿਟ ਹੈਗੀ ਹੈ, ਯੂਨਿਟ ਨੰਬਰ 4। ਉਹਦੇ 'ਚ 2 ਹੀ ਚੈਪਟਰ ਹੈ, ਕਹਿਣ ਨੂੰ ਇਹ 2 ਹੈ, ਪਰ ਇਸ ਚੈਪਟਰ ਜਿਹੜੇ ਬਿਲਕੁਲ ਹੀ ਡਿਫਰੈਂਟ ਹੈ, ਕਿਉਂਕਿ ਬਾਇਓ ਟੈਕਨੀਕਸ ਆਉਣੀਆਂ ਇਹਦੇ ਵਿੱਚ, DNA, ਠੀਕ ਹੈ ਨਾ। ਸੋ ਰੀਕੰਬੀਨੈਂਟ DNA ਟੈਕਨੋਲੋਜੀ ਆਉਣੀ ਹੈ, ਵੈਕਟਰਸ ਆਉਣੇ ਹੈ, ਠੀਕ ਹੈ, ਉਹਦੀ ਪ੍ਰਿੰਸੀਪਲਸ ਐਂਡ ਪ੍ਰੋਸੈਸ, ਠੀਕ ਹੈ, ਬਾਇਓਟੈਕਨੋਲੋਜੀ ਐਂਡ ਇਟਸ ਐਪਲੀਕੇਸ਼ਨ। 2 ਚੈਪਟਰ ਹੈ ਇਹ ਯੂਨਿਟ ਸ਼ੁਰੂ